ਮੈਂ ਨਾਦੀਆ ਰਾਜਪੂਤ ਦੇਸੀ ਉਰਦੂ ਟੀਵੀ ਤੋਂ ਜਿੱਥੇ ਸਾਡੇ ਪੰਜਾਬੀ ਭੈਣ ਭਰਾ ਵਸਦੇ ਨੇ, ਖਾਸ ਤੌਰ ਤੇ ਭਾਰਤ, ਪਾਕਿਸਤਾਨ ਤੇ ਕੈਨੇਡਾ, ਸਾਰਿਆਂ ਨੂੰ ਮੇਰੀ ਜਾਨਿਬ ਤੋਂ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ ਤੇ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ। DGISPR ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਬੈਠਾ ਜ਼ਹਿਨੀ ਮਰੀਜ਼ ਤੇ ਇਸ ਦੇ ਵਾਰੀ ਸੁਬਹ ਹੁੰਦੇ ਹੀ ਫੌਜ ਦੇ ਖਿਲਾਫ ਸ਼ੁਰੂ ਹੋ ਜਾਂਦੇ ਨੇ। ਅਮਰੀਕੀ ਮਹਿਕਮਾ ਦਫਾ ਦੇ ਹੁਕਾਮ ਨੇ ਵਾਸ਼ਿੰਗਟਨ ਵਿੱਚ ਰਵਾਂ ਹਫ਼ਤੇ ਹੋਣ ਵਾਲੀ ਆਮ ਮੀਟਿੰਗ ਵਿੱਚ ਯੂਰਪੀ ਸਫਾਰਤਕਾਰਾਂ ਨੂੰ ਦੱਸਿਆ ਕਿ ਅਮਰੀਕਾ ਦੀ ਖੁਆਇਸ਼ ਹੈ ਕਿ ਯੂਰਪ 2027 ਤੱਕ ਨੈਟੋ ਦੀ ਜ਼ਿਆਦਾਤਰ ਰਵਾਇਤੀ ਦਿਫਾਈ ਜ਼ਿੰਮੇਵਾਰੀਆਂ ਸੰਭਾਲ ਲਵੇ। ਅਫਗਾਨਿਸਤਾਨ 'ਚ ਇਨਸਾਨੀ ਹਕੂਕ ਦੀ ਵਿਗੜਤੀ ਸੰਗੀਨ ਸੂਰਤ-ਏ-ਹਾਲ ਤੇ ਆਸਟ੍ਰੇਲੀਆ ਨੇ ਵੀ ਕਦਮ ਚੁੱਕ ਲਿਆ। ਆਸਟ੍ਰੇਲੀਆ ਨੇ ਅਫਗਾਨ ਚੀਫ ਜਸਟਿਸ 3 ਵਜ਼ਰਾ ਤੇ ਮਾਲੀ ਤੇ ਸਫਰੀ ਪਾਬੰਦੀਆਂ ਆਇਦ ਕਰ ਦਿੱਤੀਆਂ। ਅਫਗਾਨ ਡੈਮੋਕ੍ਰੈਟਿਕ ਆਪੋਜੀਸ਼ਨ ਨੇ ਦੌਰਾ ਬਰੁਸਲਜ਼ ਵਿੱਚ ਤਾਲਿਬਾਨ ਪਾਲਿਸੀਆਂ ਤੋਂ ਯੂਰਪ ਸਮੇਤ ਖਿੱਤੇ ਨੂੰ ਵਧਦੇ ਹੋਏ ਖਤਰੇ ਤੋਂ ਆਗਾਹ ਕਰ ਦਿੱਤਾ। ਔਰ ਵੱਡੀਆਂ ਖਬਰਾਂ ਦੀ ਤਫਸੀਲ ਦੀ ਜਾਣੀ। DGISPR ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਬੈਠਾ ਜ਼ਹਿਨੀ ਮਰੀਜ਼ ਤੇ ਇਸ ਦੇ ਵਾਰੀ ਸੁਬਹ ਹੁੰਦੇ ਹੀ ਫੌਜ ਦੇ ਖਿਲਾਫ ਸ਼ੁਰੂ ਹੋ ਜਾਂਦੇ ਨੇ। ਸਲਾਮਤੀ ਦੇ ਖਤਰਾਤ ਇਹੋ ਜਿਹੇ ਜ਼ਹਿਨ ਦੀ ਸ਼ੁਰੂਆਤ ਨੇ ਜਿਹੜੇ ਆਪਣੀ ਜ਼ਾਤ ਦੇ ਸਹਿਰ ਦੇ ਕੈਦੀ ਨੇ। ਉਹ ਸ਼ਖਸ ਜਿਹੜਾ ਬਿਆਨੀਆਂ ਦੇ ਰਿਹਾ ਕੌਮੀ ਸਲਾਮਤੀ ਲਈ ਖਤਰਾ ਬਣ ਚੁੱਕਿਆ ਤੇ ਸੀਨੀਅਰ ਸਹਾਫੀਆਂ ਤੇ ਐਂਕਰ ਪਰਸਨਸ ਦੇ ਨਾਲ ਆਮ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ DGISPR ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਸਾਰਿਆਂ ਨੂੰ ਮੁਬਾਰਕਬਾਦ ਹੋਵੇ। ਡਿਫੈਂਸ ਆਫ ਫੋਰਸਿਸ ਹੈਡਕੁਆਰਟਰਸ ਦਾ ਆਗਾਜ਼ ਹੋ ਚੁੱਕਿਆ ਹੈ। ਜੰਗੀ ਮਾਮਲਾਤ ਤੇ ਮੁਕੰਮਲ ਆਗਾਹੀ ਫਰਾਹਮ ਕਰੇਗਾ। ਵਾਰਫੇਅਰ ਦਾ ਕਰੈਕਟਰ ਚੇਂਜ ਹੋਇਆ। ਹੈਡਕੁਆਰਟਰਸ ਇਸ ਵਿੱਚ ਕਾਮਯਾਬੀ ਹਾਸਲ ਕਰਨ ਲਈ ਨੇ ਤੇ ਇਸ ਮੁਤਲਕ ਅਸੀਂ ਸਿਆਸਤ ਵੀ ਖਤਮ ਹੋ ਚੁੱਕੀ ਹੈ ਤੇ ਕੋਈ ਉਬਾਮ ਨਹੀਂ ਹੋਣਾ ਚਾਹੀਦਾ। ਅਮਰੀਕੀ ਮਹਿਕਮਾ ਦਿਫਾ ਦੇ ਹੁਕਾਮ ਨੇ ਵਾਸ਼ਿੰਗਟਨ ਵਿੱਚ ਰਵਾਂ ਹਫ਼ਤੇ ਹੋਣ ਵਾਲੀ ਆਮ ਮੀਟਿੰਗ ਵਿੱਚ ਯੂਰਪੀ ਸਫਾਰਤਕਾਰਾਂ ਨੂੰ ਦੱਸਿਆ ਕਿ ਅਮਰੀਕਾ ਦੀ ਖੁਆਇਸ਼ ਹੈ ਕਿ ਯੂਰਪ 2027 ਤੱਕ ਨੈਟੋ ਦੀ ਜ਼ਿਆਦਾਤਰ ਰਵਾਇਤੀ ਦਿਫਾਈ ਜ਼ਿੰਮੇਵਾਰੀਆਂ ਸੰਭਾਲ ਲਵੇ। ਬੈਨ ਅਲ-ਅਕਵਾਮੀ ਖਬਰ ਰਸਾਂ ਅਦਾਰੇ ਦੀ ਰਿਪੋਰਟ ਦੇ ਮੁਤਾਬਿਕ ਇਸ ਗੱਲ ਦਾ ਇੰਕਸ਼ਾਫ 5 ਮੁਖਤਲਿਫ ਜ਼ਰਾਏ ਦੀ ਜਾਨਿਬ ਤੋਂ ਕੀਤਾ ਗਿਆ ਜਿਹੜਾ ਇਸ ਗੁਫ਼ਤਗੂ ਤੋਂ ਵਾਕਿਫ ਸਨ, ਜਿਨ੍ਹਾਂ ਵਿੱਚ ਇੱਕ ਅਮਰੀਕੀ ਅਹਿਲਕਾਰ ਵੀ ਸ਼ਾਮਿਲ ਸੀ। ਅਮਰੀਕੀ ਹੁਕਾਮ ਦਾ ਕਹਿਣਾ ਕਿ 2022 ਚ ਰੂਸ ਦੇ ਯੂਕਰੇਨ ਤੇ ਹਮਲੇ ਦੇ ਬਾਅਦ ਯੂਰਪ ਨੇ ਆਪਣੀ ਦਿਫਾਈ ਸਲਾਹੀਤਾਂ ਬਿਹਤਰ ਤੋਂ ਕੀਤੀਆਂ ਨੇ, ਮਗਰ ਅਮਰੀਕਾ ਇਹਨਾਂ ਕੋਸ਼ਿਸ਼ਾਂ ਤੋਂ ਮੁਤਮਈਨ ਬਿਲਕੁਲ ਵੀ ਨਹੀਂ ਹੈ। ਮੀਟਿੰਗ ਵਿੱਚ ਯੂਰਪੀ ਵਫੂਦ ਨੂੰ ਇਹ ਵੀ ਵਾਜ਼ਿਹ ਕਰ ਦਿੱਤਾ ਗਿਆ ਕਿ ਅਗਰ ਯੂਰਪ 2027 ਤੱਕ ਮਤਲੂਬਾ ਅਹਦਾਫ ਪੂਰੇ ਨਾ ਕਰ ਸਕਿਆ ਤੇ ਅਮਰੀਕਾ ਨੈਟੋ ਦੀ ਬਾਜ਼ ਦਿਫਾਈ ਪਾਲਿਸੀਆਂ ਵਿੱਚ ਹਿੱਸਾ ਲੈਣਾ ਬੰਦ ਕਰ ਦੇਵੇਗਾ। ਯੂਰਪੀ ਸਫਾਰਤਕਾਰਾਂ ਦਾ ਕਹਿਣਾ ਹੈ ਕਿ ਇਹ ਡੈਡਲਾਈਨ ਨਾ ਸਿਰਫ ਬਹੁਤ ਸਖਤ ਹੈ ਬਲਕਿ ਹਕੀਕਤ ਤੋਂ ਦੂਰ ਵੀ ਹੈ। ਉਹਨਾਂ ਨੇ ਕਿਹਾ ਕਿ ਯੂਰਪ ਚਾਹ ਕੇ ਵੀ ਚੰਦ ਬਰਸਾਂ ਵਿੱਚ ਉਹ ਸਲਾਹੀਤਾਂ ਹਾਸਿਲ ਨਹੀਂ ਕਰ ਸਕਦਾ ਜਿਹੜਾ ਅਮਰੀਕਾ ਦੇ ਕੋਲ ਨੇ। Now I am American. I have citizen. I still have my Salvadorian passport and now I have my USA passport. I am a citizen of the US. Khi cầm cái hộ chiếu Mỹ cô rất là tự hào mình là công dân Mỹ. La ciudadanía para mí significa oportunidades. Si ya tienen el tiempo que pueden hacerse ciudadanas, que lo hagan. No pierde nada uno con intentarlo. Como dicen en México, echándole ganas todo se puede. ਅਫਗਾਨਿਸਤਾਨ ਵਿੱਚ ਇਨਸਾਨੀ ਹਕੂਕ ਦੀ ਵਿਗੜਤੀ ਸੰਗੀਨ ਸੂਰਤ-ਏ-ਹਾਲ ਤੇ ਆਸਟ੍ਰੇਲੀਆ ਨੇ ਵੀ ਕਦਮ ਚੁੱਕ ਲਿਆ। ਆਸਟ੍ਰੇਲੀਆ ਨੇ ਅਫਗਾਨ ਚੀਫ ਜਸਟਿਸ 3 ਵਜ਼ਰਾ ਤੇ ਮਾਲੀ ਤੇ ਸਫਰੀ ਪਾਬੰਦੀਆਂ ਆਇਦ ਕਰ ਦਿੱਤੀਆਂ ਨੇ। ਖਬਰ ਰਸਾਂ ਅਦਾਰੇ ਦੇ ਮੁਤਾਬਿਕ ਆਸਟ੍ਰੇਲੀਆਈ ਵਜ਼ੀਰ ਖਾਰਜਾ ਪੈਨੀ ਵੋਂਗ ਨੇ ਕਿਹਾ ਕਿ ਪਾਬੰਦੀਆਂ ਅਫਗਾਨਿਸਤਾਨ ਵਿੱਚ ਵਿਗੜਦੀ ਇਨਸਾਨੀ ਸੂਰਤ-ਏ-ਹਾਲ ਦੇ ਬਾਇਸ ਆਇਦ ਕੀਤੀਆਂ ਗਈਆਂ ਨੇ ਤੇ ਤਾਲਿਬਾਨ ਦੇ ਇਕਤਦਾਰ ਵਿੱਚ ਖਵਾਤੀਨ ਤੇ ਕੁੜੀਆਂ ਦੇ ਹਕੂਕ ਤੇ ਸਖਤ ਪਾਬੰਦੀਆਂ ਆਇਦ ਕਰ ਰੱਖੀਆਂ ਨੇ। ਉਹਨਾਂ ਨੇ ਕਿਹਾ ਕਿ ਇਕਦਾਮਾਤ ਨਵੇਂ ਆਸਟ੍ਰੇਲੀਆ ਹਕੂਮਤੀ ਫਰੇਮਵਰਕ ਦਾ ਹਿੱਸਾ ਨੇ ਤੇ ਤਾਲਿਬਾਨ ਦੇ ਇਕਤਦਾਰ ਵਿੱਚ ਆਉਣ ਦੇ ਬਾਅਦ ਆਸਟ੍ਰੇਲੀਆ ਨੇ ਹਜ਼ਾਰਾਂ ਅਫਗਾਨ ਬਸ਼ ਸ਼ਹਿਰੀਆਂ ਨੂੰ ਪਨਾਹ ਦਿੱਤੀ। ਅਫਗਾਨਿਸਤਾਨ ਦੀ ਵੱਡੀ ਆਬਾਦੀ ਇਨਸਾਨੀ ਇਮਦਾਦ ਦੀ ਤਲਬਗਾਰ ਹੈ। ਪਾਬੰਦੀਆਂ ਤਾਲਿਬਾਨ ਦੀ ਜਾਨਿਬ ਤੋਂ ਖਵਾਤੀਨ ਤੇ ਮੁਸੱਲਤ ਕੀਤੇ ਜਾਣ ਵਾਲੇ ਸਖਤ ਕਵਾਨੀਨ ਦੀ ਵਜ੍ਹਾ ਤੋਂ ਆਇਦ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਕੁੜੀਆਂ ਦੀ ਤਾਲੀਮ ਤੇ ਪਾਬੰਦੀ, ਖਵਾਤੀਨ ਦੇ ਰੋਜ਼ਗਾਰ ਤੇ ਪਾਬੰਦੀ ਤੇ ਇਹਨਾਂ ਦੀ ਅਵਾਮੀ ਜ਼ਿੰਦਗੀ ਵਿੱਚ ਸ਼ਿਰਕਤ ਨੂੰ ਰੋਕਣਾ ਸ਼ਾਮਿਲ ਹੈ। ਅਫਗਾਨ ਡੈਮੋਕ੍ਰੈਟਿਕ ਆਪੋਜੀਸ਼ਨ ਨੇ ਦੌਰਾ ਬਰਸਲਜ਼ ਵਿੱਚ ਤਾਲਿਬਾਨ ਪਾਲਿਸੀਆਂ ਤੋਂ ਯੂਰਪ ਸਮੇਤ ਖਿੱਤੇ ਨੂੰ ਵੱਧਦੇ ਖਤਰਾਤ ਤੋਂ ਆਗਾਹ ਕਰ ਦਿੱਤਾ ਹੈ ਤੇ ਦੌਰਾ ਬਰਸਲਜ਼ ਵਿੱਚ ਅਫਗਾਨ ਡੈਮੋਕ੍ਰੈਟਿਕ ਆਪੋਜੀਸ਼ਨ ਨੇ ਤਾਲਿਬਾਨ ਪਾਲਿਸੀਆਂ ਤੋਂ ਯੂਰਪ ਸਮੇਤ ਖਿੱਤੇ ਨੂੰ ਵੱਧਦੇ ਖਤਰਾਤ ਤੋਂ ਆਗਾਹ ਕਰ ਦਿੱਤਾ। ਅਫਗਾਨ ਡੈਮੋਕ੍ਰੈਟਿਕ ਆਪੋਜੀਸ਼ਨ ਦੇ ਵਫਦ ਨੇ ਯੂਰਪੀ ਕਿਆਦਤ ਨੂੰ ਖਬਰਦਾਰ ਕੀਤਾ ਹੈ। ਅਫਗਾਨ ਡੈਮੋਕ੍ਰੈਟਿਕ ਆਪੋਜੀਸ਼ਨ ਵਫਦ ਦੇ ਮੁਤਾਬਿਕ ਤਾਲਿਬਾਨ ਦੀ ਹੁਕਮਰਾਨੀ ਅਫਗਾਨਿਸਤਾਨ ਨੂੰ ਨਾਕਾਮ ਰਿਆਸਤ ਦੀ ਤਰਫ ਧਕੇਲ ਰਹੀ ਹੈ। ਤਾਲਿਬਾਨ ਹੁਕੂਮਤ ਦੇ ਅਸਰਾਤ ਬਰਾਏ ਰਾਸਤ ਯੂਰਪ ਦੀ ਸਲਾਮਤੀ ਤੱਕ ਵੀ ਪਹੁੰਚ ਰਹੇ ਨੇ ਤੇ ਅਫਗਾਨਿਸਤਾਨ ਦੀ ਸਰਜ਼ਮੀਨ ਖਿੱਤੇ 'ਚ ਹਮਲਿਆਂ ਦੀ ਮਨਸੂਬਾਬੰਦੀ ਕਰਨ ਵਾਲੇ ਗਰੋਹਾਂ ਲਈ ਮਹਿਫੂਜ਼ ਪਨਾਹਗਾਹ ਬਣ ਚੁੱਕੀ ਹੈ। ਵਫਦ ਦਾ ਕਹਿਣਾ ਹੈ ਕਿ ਇਸ ਵੇਲੇ ਅਫਗਾਨਿਸਤਾਨ ਹਮਲਿਆਂ ਦੀ ਮਨਸੂਬਾਬੰਦੀ ਕਰਨ ਵਾਲੇ ਗਰੋਹਾਂ ਲਈ ਮਹਿਫੂਜ਼ ਪਨਾਹਗਾਹ ਬਣ ਚੁੱਕਿਆ। ਖਵਾਤੀਨ ਦੇ ਹਕੂਕ ਦੀ ਪਾਮਾਲੀ, ਇਮਦਾਦੀ ਇਦਾਰਿਆਂ ਤੇ ਪਾਬੰਦੀ, ਸਿਆਸੀ ਅਦਮ ਸ਼ਮੂਲੀਅਤ ਬੁਨਿਆਦੀ ਖਤਰਾਤ ਨੇ। ਦੇਸੀ ਉਰਦੂ ਟੀਵੀ ਤੋਂ ਫਿਰ ਵਕਤ ਇਤਨਾ ਹੀ। ਮਜ਼ੀਦ ਖਬਰਾਂ ਤੇ ਅਪਡੇਟਸ ਲਈ ਵੇਖਦੇ ਰਹੋ ਦੇਸੀ ਉਰਦੂ ਟੀਵੀ, ਦੇਸੀ ਟੀਵੀ USA, DTV NN ਤੇ ਸਾਡਾ OTT ਪਲੇਟਫਾਰਮ DTV Flix ਜਿੱਥੇ 3000 ਤੋਂ ਜ਼ਿਆਦਾ ਚੈਨਲਸ ਨੂੰ ਵੇਖਿਆ ਜਾ ਸਕਦਾ ਹੈ। Now I am American. I have citizen.
I still have my Salvadorian passport and now I have my USA passport. I am a citizen of the US. Khi cầm cái hộ chiếu Mỹ, cô rất là tự hào mình là công dân Mỹ. La ciudadanía para mí significa oportunidades. Si ya tienen el tiempo que pueden hacerse ciudadanas, que lo hagan. No pierde nada uno con intentarlo. Como dicen en México, echándole ganas, todo se puede. Neurological care is a pressing healthcare challenge in Pakistan. That's why Helping Hand USA is building Kind R, a world-class hospital with 130 plus clinics that is set to establish new standards for neurological care in Pakistan. As the first phase nears completion, anticipation is growing for the launch in the second half of 2025. Give zakat and sadaqah through Helping Hand USA today and join this historic endeavor to redefine future healthcare in Pakistan.